ਜਿਹੜੇ ਕਾਨੂੰਨ ਜਿਹੜੇ ਲੋਕਾਂ ਵਾਸਤੇ ਕਿਸਾਨਾਂ ਵਾਸਤੇ ਲਿਆਂਦੇ ਗਏ, ਜੇ ਉਹੀ ਇਸ ਤੋਂ ਨਾਖੁਸ਼ ਨੇ ਫਿਰ ਇਹਨਾਂ ਨੂੰ ਲਿਆਉਣ ਦਾ ਕੀ ਅਰਥ ਹੈ? ਜੇ ਕੇਂਦਰ ਸਰਕਾਰ ਨੇ ਬਿੱਲ ਲਿਆਉਣਾ ਸੀਗਾ, ਸਭ ਤੋਂ ਪਹਿਲਾਂ ਤਾਂ ਗੱਲ ਇਹ ਸੀ ਕਿ ਕਿਸਾਨਾਂ ਦਾ ਕੋਈ ਨੁਮਾਇੰਦਾ ਉਹਦੇ 'ਚ ਹੁੰਦਾ। ਪਰ ਇੱਕ ਗੱਲ ਦੱਸੋ, ਇਹ ਜੀ ਚੀਜ਼ 'ਚ ਆ ਕੇ ਵੀ ਸਰਕਾਰ ਨੂੰ ਅਕਲ ਕਿਉਂ ਨਹੀਂ ਆਉਂਦੀ? ਕਿ ਇੱਕ ਦੇਸ਼ ਦਾ ਨਾਗਰਿਕ ਆਪਣੇ ਦੇਸ਼ ਦੀ ਰਾਜਧਾਨੀ ਵਿੱਚ ਜਾਣ ਵਾਸਤੇ ਮੰਗ ਕਰ ਰਿਹਾ ਹੈ ਔਰ ਉਹਦੇ ਵਾਸਤੇ ਟੋਏ ਪੱਟੇ ਜਾ ਰਹੇ ਨੇ, ਵੱਡੇ ਵੱਡੇ ਉਹਦੇ ਉੱਪਰ ਸ਼ੈਲਿੰਗ ਕੀਤੀ ਜਾ ਰਹੀ ਹੈ, ਥਰੂ ਗੈਸ ਮਾਰੀ ਜਾ ਰਹੀ ਹੈ, ਉਹਦੇ ਉੱਪਰ ਵਾਟਰ ਕੈਨਨ ਦਾ ਇਸਤੇਮਾਲ ਕੀਤਾ ਜਾ ਰਿਹਾ, ਉਹਦੇ ਡਾਂਗਾ ਮਾਰੀਆਂ ਜਾ ਰਹੀਆਂ। ਇਹ ਸੋਚਦੇ ਸੀ ਵੀ ਕਿਸਾਨ ਤਾਂ ਮੂਰਖ ਹੈ, ਇਹ ਕਹਿੰਦੇ ਨੇ, ਇਹ ਹੁਣ ਵੀ ਕਹਿੰਦੇ ਨੇ ਵੀ ਕਿਸਾਨ ਤਾਂ ਮੂਰਖ ਹੈ, ਖੇਤਾਂ 'ਚ ਕੰਮ ਕਰਨ ਵਾਲਾ ਕਿਸਾਨ ਮੂਰਖ ਹੈ, ਕਿਸਾਨ ਅਨਪੜ੍ਹ ਹੈ, ਕਿਸਾਨ ਨੂੰ ਤਾਂ ਵਰਗਲਾਇਆ ਜਾ ਰਿਹਾ। ਬਟ ਕਿਸਾਨ ਇੰਨਾ ਸਿਆਣਾ ਹੈ, ਇੰਨਾ ਜਾਗਰੂਕ ਹੈ ਕਿ ਇੰਨਾ ਵੱਡਾ ਡਰਾਮਾ ਰਚਣ ਦੀ ਸਰਕਾਰ ਨੂੰ ਕੋਈ ਲੋੜ ਨਹੀਂ ਸੀ। ਸਰਕਾਰ ਇਸ ਮਸਲੇ ਤੇ ਬੁਰੀ ਤਰ੍ਹਾਂ ਹਾਰੀ ਹੈ। ਸਤਿ ਸ਼੍ਰੀ ਅਕਾਲ, ਮੈਂ ਹਾਂ ਜਸਵਿੰਦਰ ਪਾਲ, BSS ਨਿਊਜ਼ ਪੁਆਇੰਟ ਵਿੱਚ ਤੁਹਾਡਾ ਸਵਾਗਤ ਹੈ। ਤੇ ਗੱਲ ਕਰਦੇ ਹਾਂ ਇਸ ਸਮੇਂ ਸਭ ਦੇ ਭਖ ਦੇ ਮਸਲੇ ਤੇ। ਜੀ ਹਾਂ, ਭਖ ਦਾ ਮਸਲਾ ਪੂਰੇ ਹਿੰਦੁਸਤਾਨ ਦਾ ਬਣ ਗਿਆ ਹੈ, ਜੋ ਕਿ ਪੰਜਾਬ ਤੋਂ ਇੱਕ ਚਿੰਨ੍ਹ ਬਣ ਕੇ ਉੱਠਿਆ ਸੀ। ਸ਼ਾਇਦ ਮੋਦੀ ਸਰਕਾਰ ਨੇ ਕਦੇ ਸੁਪਨੇ 'ਚ ਵੀ ਨਹੀਂ ਸੋਚਿਆ ਸੀ ਕਿ ਐਡਾ ਵੱਡਾ ਪੰਗਾ ਉਹਨਾਂ ਵਾਸਤੇ ਕਿਸ ਤਰ੍ਹਾਂ ਖਤਰਨਾਕ ਦਿੱਤਾ। ਤੇ ਨਾਲ ਹੀ ਖੱਟਰ ਸਰਕਾਰ ਨੇ ਉਸ ਵਿੱਚ ਇਹ ਜਿਹੇ ਪੁਆਇੰਟ ਰੱਖਦੇ ਕਿ ਕਿਸਾਨ ਦਾ ਜਿਹੜਾ ਛੋਟਾ ਜਿਹਾ ਮਾਮੂਲੀ ਜਿਹਾ ਦਿਖਣ ਵਾਲਾ ਸੰਘਰਸ਼ ਇੱਕ ਬਹੁਤ ਵੱਡੇ ਲੈਵਲ ਤੇ ਬਣ ਗਿਆ। ਤੇ ਇਸ ਮੁੱਦੇ ਤੇ ਸਾਡੇ ਨਾਲ ਜੁੜੇ ਨੇ ਸੰਪਾਦਕ ਸਾਹਿਬ ਕੁਲਦੀਪ ਸਿੰਘ ਜੀ, ਤੁਹਾਡਾ ਸਵਾਗਤ ਹੈ। ਤੇ ਸਾਡੇ ਨਾਲ ਸੀਨੀਅਰ ਜਰਨਲਿਸਟ ਨੇ ਤੇ ਬਹੁਤ ਵਧੀਆ ਸੋਚਾਂ ਦੇ ਮਾਲਿਕ ਦਰਸ਼ਨ ਸਿੰਘ ਸੋਢੀ ਜੀ, ਤੁਹਾਡਾ ਸਵਾਗਤ ਹੈ। ਤੇ ਗੱਲ ਕਰਦੇ ਹਾਂ, ਪਹਿਲਾ ਹੀ ਸਵਾਲ ਸੰਪਾਦਕ ਸਾਹਿਬ ਤੋਂ ਸ਼ੁਰੂ ਕਰਦੇ ਹਾਂ, ਕੀ ਕਹਿਣਾ ਚਾਹੋਗੇ ਸਾਰੇ? ਹਾਂ ਦੇਖੋ ਜੀ, ਗੱਲ ਇਹ ਹੈ ਕਿ ਕਿਸਾਨ ਨੂੰ ਨਾ ਬੜੇ ਵੱਡੇ ਵੱਡੇ ਅਲੰਕਾਰ ਦਿੱਤੇ ਗਏ, ਭੂਮੀ ਪੁੱਤਰ, ਅੰਨਦਾਤਾ, ਤੇ ਉਸ ਅੰਨਦਾਤਾ ਨੂੰ ਪੂਰੀ ਤਰੀਕੇ ਨਾਲ ਰੋਲਣ ਦੀ ਇੱਕ ਸਾਜ਼ਿਸ਼ ਹੈ। ਇਹ ਕੇਂਦਰ ਸਰਕਾਰ ਜੋ ਮਰਜ਼ੀ ਕਹੀ ਜਾਵੇ ਕਿ ਅਸੀਂ ਜਿਹੜੇ ਆਰਡੀਨੈਂਸਿਸ ਨੇ ਇਹ ਕਿਸਾਨਾਂ ਦੇ ਹੱਕ ਵਿੱਚ ਲਿਆਂਦੇ ਨੇ, ਪਰ ਗੱਲ ਇੱਥੇ ਹੀ ਮੁੱਕ ਜਾਂਦੀ ਹੈ ਜਸਵਿੰਦਰ ਜੀ ਕਿ ਜਿਹੜਾ ਆਰਡੀਨੈਂਸ, ਜਿਹੜੇ ਕਾਨੂੰਨ ਜਿਹੜੇ ਲੋਕਾਂ ਵਾਸਤੇ ਕਿਸਾਨਾਂ ਵਾਸਤੇ ਲਿਆਂਦੇ ਗਏ, ਜੇ ਉਹੀ ਇਸ ਤੋਂ ਨਾਖੁਸ਼ ਨੇ ਫਿਰ ਇਹਨਾਂ ਨੂੰ ਲਿਆਉਣ ਦਾ ਕੀ ਅਰਥ ਹੈ? ਠੀਕ ਹੈ ਨਾ ਜੀ। ਇਹ ਜਿਹੜੀ ਮੇਰੇ ਓਪਨਿੰਗ ਕਮੈਂਟਸ ਇਹੀ ਨੇ। ਤੇ ਸੋਢੀ ਸਾਹਿਬ ਕੀ ਕਹਿਣਾ? ਮੈਂ ਇਹਦੇ ਤੇ ਆਪਣੀ ਜਿਹੜੀ ਹੈਗੀ ਹੈ, ਮੇਰੀ ਥੋੜੀ ਜਿਹੀ ਵੱਖਰੀ ਹੈ ਇਹਦੇ ਤੇ ਗੱਲ ਜਿਹੜੀ ਮੈਂ ਕਰਨਾ ਚਾਹਾਂਗਾ ਸਰੋਤਿਆਂ ਦੇ ਨਾਲ ਆਪਣੀ ਸਾਂਝੀ। ਪੰਜਾਬ ਦੇ ਕਿਸਾਨ ਨੂੰ ਅੰਨਦਾਤਾ ਕਿਹਾ ਜਾਂਦਾ, ਜਿਵੇਂ ਕੁਲਦੀਪ ਜੀ ਨੇ ਕਿਹਾ ਹੈਗਾ। ਤੇ ਅੰਨਦਾਤਾ ਇਸ ਕਰਕੇ ਵੀ ਜਿਹੜਾ ਪੰਜਾਬ ਦਾ ਕਿਸਾਨ ਹੈ ਉਹ ਦੇਸ਼ ਦੇ ਅਨਾਜ ਭੰਡਾਰ ਦੀ 70 ਤੋਂ 80% ਲੋੜ ਨੂੰ ਪੂਰਾ ਕਰਦਾ ਹੈ। ਇਹ ਔਨ ਰਿਕਾਰਡ ਹੈ ਗੱਲ, ਕੇਂਦਰ ਵੀ ਇਸ ਗੱਲ ਨੂੰ ਮੰਨਦਾ ਹੈ। ਤੇ ਹੁਣ ਜਿਹੜਾ ਕਿਸਾਨ ਆਪਣੇ ਖੇਤਾਂ ਦੇ ਵਿੱਚ ਫਸਲ ਨੂੰ ਉਗਾਉਂਦਾ ਹੈ, ਤੇ ਜੇ ਉਹਨੂੰ ਉਹਦੀ ਫਸਲ ਦਾ ਸਹੀ ਉਚਿਤ ਉਹਨੂੰ ਭਾਅ ਨਹੀਂ ਮਿਲੇਗਾ, ਉਹ ਕਿਉਂ ਉਗਾਏਗਾ? ਉਹ ਕਿਸਾਨ ਕੋਈ ਭੀਖ ਥੋੜਾ ਮੰਗ ਰਿਹਾ, ਕਿਸਾਨ ਆਪਣਾ ਹੱਕ ਮੰਗ ਰਿਹਾ, ਆਪਣੀ ਫਸਲ ਦੀ ਜੋ ਉਹ ਪੈਦਾਵਾਰ ਕਰ ਰਿਹਾ ਹੈ ਉਹ ਚੀਜ਼ ਨੂੰ ਉਹ ਮੰਗ ਰਿਹਾ ਵੀ ਮੈਨੂੰ ਉਹਦਾ ਜਿਹੜਾ ਸਹੀ ਭਾਅ ਮਿਲੇ, ਤਾਂ ਕਿ ਜਿਹੜੀ ਉਹਦੀ ਲਾਗਤ ਹੈ, ਲਾਗਤ ਨਾਲ ਉਹਨੂੰ ਡੁੱਡਾ ਜਾਂ ਦੁੱਗਣਾ ਜਿਹੜੀ ਹੈਗੀ ਚੀਜ਼ ਉਹਨੂੰ ਮਿਲੇ, ਤਾਂ ਕਿ ਉਹ ਆਪਣੇ ਪਰਿਵਾਰ ਦਾ ਜਿਹੜਾ ਹੈਗਾ ਪਾਲਣ ਪੋਸ਼ਣ ਕਰ ਸਕੇ। ਉਹੀ ਗੱਲ ਤਾਂ ਮੈਂ ਤੁਹਾਨੂੰ ਕਹਿ ਰਿਹਾ ਕਿ ਜਿਹਦੇ ਵਾਸਤੇ ਆਰਡੀਨੈਂਸਿਸ ਇੱਕ ਸੋ ਕਾਲਡ ਆਰਡੀਨੈਂਸਿਸ ਕਹਿ ਕੇ ਬਣਾਏ ਗਏ ਨੇ ਕਿ ਬੜੇ ਹੱਕ 'ਚ ਨੇ ਕਿਸਾਨਾਂ ਦੇ, ਜੇ ਕਿਸਾਨ ਹੀ ਉਹ ਤਾਂ ਨਾਖੁਸ਼ ਹੈ, ਖੁਸ਼ ਹੀ ਨਹੀਂ ਹੈ, ਉਹਦੇ ਵਾਸਤੇ ਇੰਨੇ ਵੱਡੇ ਵੱਡੇ ਪ੍ਰੋਟੈਸਟ ਚੱਲ ਰਹੇ ਨੇ, ਤੇ ਸਰਕਾਰ ਕਿਉਂ ਅੜੀ ਹੋਈ ਹੈ? ਪਹਿਲੀ ਗੱਲ, ਕੇਂਦਰ ਸਰਕਾਰ ਕਿਉਂ ਨਹੀਂ ਕਿਸਾਨਾਂ ਨੂੰ ਇਹ ਗਰੰਟੀ ਦੇ ਦਿੰਦੀ ਕਿ ਜੋ ਉਹਨਾਂ ਦਾ MSP ਅਸੀਂ ਤੈਅ ਕਰਾਂਗੇ, ਉਸ MSP ਤੇ ਗਰੰਟਡ ਤੁਹਾਡੀ ਫਸਲ ਚੱਕੀ ਜਾਏਗੀ ਜਿੱਦਾਂ ਅੱਗੇ ਚੱਕੀ ਜਾਂਦੀ ਸੀ। ਦੇਖੋ, ਦੋ ਹੀ ਫਸਲਾਂ ਨੇ, ਇੱਕ ਝੋਨਾ ਹੈ, ਦੂਜੀ ਕਣਕ ਹੈ, ਜਿਹੜੀ ਕਿ ਚੱਕੀ ਜਾਂਦੀ ਹੈ। ਇਹਦਾ ਬੈਕਗਰਾਉਂਡ ਇਹ ਹੈ ਕਿ ਜਦੋਂ ਗ੍ਰੀਨ ਰੈਵੋਲੂਸ਼ਨ ਆਈ ਤੇ ਉਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਭਾਗੀਦਾਰ ਬਣਿਆ ਉਹ ਪੰਜਾਬ ਸੀ, ਤੇ ਪੰਜਾਬ ਯੂਨਾਈਟਿਡ ਪੰਜਾਬ ਸੀ। ਠੀਕ ਹੈ ਨਾ ਜੀ, ਉਦੋਂ ਵੰਡਿਆ ਨਹੀਂ ਸੀ ਗਿਆ ਪੰਜਾਬ। ਤੇ ਜਦੋਂ ਇਹ MSP ਗਰੰਟੀ ਕੀਤੀ ਗਈ, ਜਿਹਦੇ ਆਧਾਰ ਤੇ ਅੱਜ ਤੱਕ ਇਹ ਪ੍ਰੋਡਿਊਸ ਜਿਹੜਾ 2 ਪ੍ਰੋਡਿਊਸ ਨੇ ਕਿਸਾਨਾਂ ਦੇ ਪਰਚੇਜ਼ ਕੀਤੇ ਜਾਂਦੇ ਨੇ, ਉਹ ਗਰੰਟੀ ਪੰਜਾਬ ਨੂੰ ਕੀਤੀ ਗਈ ਸੀ। ਬਾਅਦ ਦੇ ਵਿੱਚ ਪੰਜਾਬ ਤੋਂ ਹਰਿਆਣਾ ਕੱਟ ਕੇ ਅਲੱਗ ਕਰ ਦਿੱਤਾ ਗਿਆ, ਪਰ ਕਿਉਂਕਿ ਪੰਜਾਬ ਦਾ ਹਿੱਸਾ ਸੀ ਇਸ ਕਰਕੇ ਹਰਿਆਣਾ ਵਿੱਚ ਵੀ ਗਰੰਟੀ ਹੈ। ਤੇ ਤੁਸੀਂ ਦੇਖੋ ਵੀ ਹਰਿਆਣੇ ਦੇ ਵਿੱਚ ਜਿਹੜਾ ਮੈਂਡੇਟ ਪਿਛਲੀ ਵਾਰ ਆਇਆ, ਉਹ ਸਿੱਧਾ
ਮਤਲਬ ਕਿਸਾਨਾਂ ਨੇ ਕਿਸ ਹੱਦ ਤੱਕ ਜਜ਼ਬਾ ਨੂੰ 10 ਸੀਟਾਂ ਜਿਤਾਈਆਂ ਤੇ ਉਹੀ ਜਜ਼ਬਾ ਅੱਜ ਭਾਜਪਾ ਸਰਕਾਰ ਦੇ ਨਾਲ ਮਿਲ ਕੇ ਤੇ ਕਿਸਾਨਾਂ ਦਾ ਰਾਹ ਰੋਕ ਰਹੀ ਹੈ। ਕੁਲਦੀਪ ਜੀ, ਇਹਦੇ 'ਚ ਸਭ ਤੋਂ ਵੱਡੀ ਚਰਚਾ ਇਹ ਹੈ, ਜਿਹੜੀ ਦਰਸ਼ਕ ਸਮਝਣਾ ਵੀ ਚਾਹੁੰਦੇ ਨੇ ਤੇ ਹੈ ਵੀ ਬਹੁਤ ਵੱਡੀ। ਆਖਰ ਇਹ ਐਜੀਟੇਸ਼ਨ ਨੂੰ, ਇਹ ਕਾਨੂੰਨਾਂ ਨੂੰ ਸਿਰਫ ਭਾਰਤ ਨਾਲੋਂ ਵੱਖਰਾ ਕਿਉਂ ਸਮਝਿਆ ਜਾ ਰਿਹਾ ਹੈ? ਇਹਦੇ ਵਾਸਤੇ ਇੱਕ ਪੜਚੋਲ ਕਮੇਟੀ ਵੀ ਹੈ। ਦੇਖੋ, ਇਹ ਅੱਜ ਦੀ ਗੱਲ ਨਹੀਂ ਹੈ ਕਿ ਇਹ ਵਿਰੋਧ ਨਹੀਂ, ਪਹਿਲਾਂ ਨੀਤੀ ਆਯੋਗ ਹੈ ਜੋ 2014 ਚ ਇੱਕ ਰਿਪੋਰਟ ਲਿਆਂਦੀ ਸੀ, ਜਿਹਦੇ ਵਿੱਚ ਉਹਨਾਂ ਨੇ ਲਿਖਿਆ ਸੀ, ਇਹ ਸਪਸ਼ਟ ਲਿਖਤਾ ਸੀ ਕਿ ਜਿਹੜੀ ਮੰਡੀਕਰਨ ਬੋਰਡ ਹੈ ਇਹਨੂੰ ਹਟਾਇਆ ਜਾਵੇ। ਤੇ ਉਹ ਤੋਂ ਬਾਅਦ ਜਿਹੜੀ ਭਾਰਤ ਸਰਕਾਰ ਦੀ ਇੱਕ ਨੀਤੀ ਆਯੋਗ, ਜਿਹੜੇ ਇਹਨਾਂ ਦੇ ਸ਼ਰੇਆਮ ਜਿਹੜੇ ਇਹਨਾਂ ਸੋਸ਼ਲ ਮੀਡੀਆ ਦੇ ਮੰਚ ਨੇ, ਉਹਨਾਂ ਵਿੱਚ ਵੀ ਇਹਨਾਂ ਨੇ ਆਖਤਾ ਸੀ ਕਿ ਜਿਹੜੀ MSP ਹੈ ਉਹਨੂੰ NSP ਬਣਾਤਾ ਜਾਵੇ। ਇਹ ਤਾਂ ਵਿੱਤ ਮੰਤਰੀ ਨੇ ਕਿਹਾ, ਹਾਂਜੀ। ਭਾਰਤੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵੀ ਇਸ ਗੱਲ ਨੂੰ ਇੰਡੋਰਸ ਕੀਤਾ। ਗੁਜਰਾਤ ਹੋ ਗਿਆ, ਬਿਹਾਰ ਹੋ ਗਿਆ, ਕੇਰਲਾ ਹੋ ਗਿਆ ਤੇ ਕਈ ਹੋਰ ਸਟੇਟਾਂ ਹੋਈਆਂ ਜਿੱਥੇ 296 ਕਿਲੋਮੀਟਰ ਤੱਕ ਕਿਸਾਨ ਨੂੰ ਆਪਣੀ ਸਬਜ਼ੀ ਮੰਡੀ 'ਚ ਜਿਹੜੀ ਉਹਦਾ ਉਤਪਾਦਨ ਨੂੰ ਵੇਚਣਾ ਪੈਂਦਾ ਹੈ। ਪਰੰਤੂ ਉੱਥੇ ਵੀ ਜਾਂਦੇ ਜਾਂਦੇ ਉਹਦੀ ਜਿੰਨੀ ਕਮਾਈ ਹੁੰਦੀ ਹੈ ਉਹਨੂੰ ਮਿਲਣ ਦੀ ਬਜਾਏ, ਜੇ ਉਹਨਾਂ ਦੇ ਇੱਕ ਐਨੂਅਲ ਡਾਟਾ ਦੇਖਿਆ ਛੋਟੇ ਕਿਸਾਨ ਦਾ, ਉਹ ਸਿਰਫ 80 ਰੁਪਏ 'ਚ ਆਪਣਾ ਏਕੜ ਦੀ ਜ਼ਮੀਨ, ਏਕੜ ਦੀ ਫਸਲ ਵੇਚ ਰਿਹਾ, ਜਿਹਦੇ ਵਿੱਚ ਉਹ 8 ਪੈਸੇ ਦਾ ਇੱਕ ਬੈਂਗਣ, ਕਿਲੋ ਬੈਂਗਣ ਵੇਚਦਾ ਹੈ, ਜੋ ਬਾਜ਼ਾਰ 'ਚ ਜਾਂਦੇ ਜਾਂਦੇ ਉਹ 40 ਤੋਂ 50 ਰੁਪਏ ਹੋ ਜਾਂਦਾ। ਉਹੀ ਗੱਲ ਹੈ ਨਾ, ਇਹ ਗੱਲ ਮੀਡੀਓਕਰਸ ਦੀ ਕਰਦੇ ਨੇ ਨਾ। ਮੀਡੀਓਕਰਸ ਦੀ ਗੱਲ ਹੈ, ਪਰੰਤੂ ਗੱਲ ਸਮੱਸਿਆ ਇਹ ਹੋਈ ਹੈ ਕਿ ਜਿਹੜਾ ਇਹ ਚੀਜ਼ ਹੈ ਨਾ, ਇਹਨਾਂ ਨੇ ਡਿਫੈਂਟ ਫਲਾ ਕੇ ਮੋਦੀ ਸਰਕਾਰ ਨੇ ਜੋ ਧੋਖਾ ਦੇਣਾ ਸੀ ਕਿਸਾਨਾਂ ਨੂੰ ਦੇਤਾ। ਨਹੀਂ, ਮੈਂ ਜਿਹੜੀ ਮੇਨ ਮੁੱਦੇ ਤੇ ਹੈ, ਮੈਂ ਮੁੱਦੇ ਦੀ ਗੱਲ ਕਰ ਰਿਹਾ, ਕਿਉਂ ਨਹੀਂ ਉਹਦੇ 'ਚ ਸ਼ਾਮਿਲ ਹੋ ਰਿਹਾ। ਪਰੰਤੂ ਕਿਸਾਨ ਨੂੰ ਹੁਣ ਇੱਕ ਚਰਚਾ ਦੁਬਾਰਾ ਫੇਰ ਸ਼ੁਰੂ ਹੋਈ ਹੈ। ਕੱਲ ਤੋਂ ਜਦੋਂ ਪੰਜਾਬ ਦੇ ਕਿਸਾਨਾਂ ਤੇ ਇਹਨਾਂ ਨੇ ਲਾਠੀ ਚਾਰਜ ਹੋਇਆ, ਜੋ ਵੀ ਕਹਿੰਦੇ ਨੇ ਸ਼ੈਲਿੰਗ ਕੀਤੀ ਇੰਨੀ ਜ਼ਿਆਦਾ, ਤੇ ਉਦੋਂ ਬਾਅਦ ਇੱਕ ਪੂਰੇ ਹਿੰਦੁਸਤਾਨ 'ਚ ਕਿਸਾਨਾਂ ਨੇ ਇਹ ਚਰਚਾ ਕੀਤੀ ਕਿ ਇਹ ਸਾਰਾ ਸਾਡੇ ਛੋਟੇ ਕਿਸਾਨਾਂ ਨਾਲ ਹੋਵੇਗਾ। ਤੇ ਹੁਣ ਮੈਨੂੰ ਲੱਗਦਾ ਕਿ ਇਹ ਜਿਹੜਾ ਐਜੀਟੇਸ਼ਨ ਹੈ ਨਾ ਜੀ, ਪੂਰੇ ਹਿੰਦੁਸਤਾਨ ਦਾ ਬਣ ਗਿਆ ਆਲਰੇਡੀ ਬਣ ਗਿਆ ਹੈ। ਇਹ ਤਾਂ ਜਨ ਅੰਦੋਲਨ। ਤੁਸੀਂ ਕੁਝ ਬੋਲ ਰਹੇ ਸੀ? ਮੈਂ ਇਹ ਗੱਲ ਕਰ ਰਿਹਾ ਸੀਗਾ ਵੀ ਜਿਹੜਾ ਆਪਣਾ ਮੇਨ ਮੁੱਦਾ ਸੀਗਾ ਖੇਤੀ ਬਿੱਲਾਂ ਵਾਲਾ ਸੀ। ਖੇਤੀ ਬਿੱਲ ਜਿਹੜੇ ਹੈਗੇ ਨੇ ਉਹ ਕਿਸਾਨ ਵਿਰੋਧੀ ਨੇ, ਕਿਸਾਨ ਇਹ ਗੱਲ ਮੰਨਦੇ ਨੇ ਵੀ ਉਹ ਸਾਡੇ ਵਿਰੋਧੀ ਨੇ। ਪਰ ਮੈਂ ਇਹ ਗੱਲ ਚਾਹੁੰਦਾ ਵੀ ਜੇ ਕੇਂਦਰ ਸਰਕਾਰ ਨੇ ਇਹ ਬਿੱਲ ਲਿਆਉਣਾ ਸੀਗਾ, ਸਭ ਤੋਂ ਪਹਿਲੇ ਤਾਂ ਗੱਲ ਇਹ ਸੀ ਕਿ ਕਿਸਾਨਾਂ ਦਾ ਕੋਈ ਨੁਮਾਇੰਦਾ ਉਹਦੇ 'ਚ ਹੁੰਦਾ। ਬਿਲਕੁਲ ਸਹੀ ਗੱਲ ਹੈ। ਉਹਨਾਂ ਨੂੰ ਕਿਸਾਨਾਂ ਦੇ ਨੁਮਾਇੰਦੇ ਦੀ ਉਹ ਰਾਏ ਲੈਂਦੇ, ਜਾਂ ਇਹਨਾਂ ਨੂੰ ਉਹ ਕੋਈ ਜਿਹੜਾ ਹੈਗਾ ਇਹਨਾਂ ਤੋਂ ਕੋਈ ਡਿਮਾਂਡ ਨੋਟਿਸ ਵਗੈਰਾ ਲੈਂਦੇ, ਮੰਗ ਪੱਤਰ ਇਹਨਾਂ ਤੋਂ ਕੋਈ ਲੈਂਦੇ, ਇਹਨਾਂ ਨੂੰ ਕੋਈ ਓਪਨ ਜਾਂ ਪਬਲਿਕ ਉਹਦੇ 'ਚ ਜਿਹੜਾ ਹੈਗਾ ਜਨਤਕ ਸੂਚਨਾ ਇਹਨਾਂ ਨੂੰ ਕਰਦੇ, ਅਖਬਾਰਾਂ ਦੇ ਵਿੱਚ ਜਾਂ TV ਦੇ ਉੱਤੇ ਜਿਹੜਾ ਹੈਗਾ ਕੋਈ ਇਸ਼ਤਿਹਾਰ ਵਗੈਰਾ ਦਿੰਦੇ ਵੀ ਅਸੀਂ ਆਹ ਕਾਨੂੰਨ ਲਾਗੂ ਕਰਨ ਚਾਹੁੰਦੇ ਹਾਂ। ਵੀ ਜੇ ਕਿਸੇ ਨੂੰ ਕੋਈ ਇਤਰਾਜ਼ ਹੈ ਤਾਂ ਉਹਦੇ ਬਾਰੇ ਉਹ ਦੱਸੇ, ਜਾਂ ਆਪਣੇ ਕੋਈ ਵਿਚਾਰ ਕਿਸਾਨ ਦੱਸਣ। ਕਿਸਾਨ ਜਿਹੜਾ ਖੁਦ, ਕਿਉਂਕਿ ਜਿਹੜੀ ਕਿਸਾਨੀ ਵਾਲੀ ਗੱਲ ਹੈ, ਜਿਹੜਾ ਬੰਦਾ ਕਿਸਾਨ ਹੈ, ਖੇਤ ਦੇ ਵਿੱਚ ਕੰਮ ਕਰ ਰਿਹਾ, ਉਹ ਉਸਨੂੰ ਜ਼ਿਆਦਾ ਪਤਾ ਹੈ। ਨਹੀਂ ਉਹ ਵਿਚਾਰ ਸੋਢੀ ਸਾਹਿਬ, ਇਹ ਤੁਸੀਂ ਜਾਣਦੇ ਹੋ ਜਿਹੜੀਆਂ ਸਰਕਾਰਾਂ ਹੁੰਦੀਆਂ ਨੇ ਇਹ ਵਿਚਾਰ ਲੈ ਕੇ ਕਿੱਥੇ ਸਿੱਟਦੀਆਂ ਨੇ, ਤੁਹਾਨੂੰ ਵੀ ਪਤਾ ਇਸ ਗੱਲ ਦਾ। ਇਹ ਨਹੀਂ ਸੀ ਹੋਣਾ। ਗੱਲ ਇਹ ਕਿ ਕਿਸਾਨ ਮੰਗਦਾ ਕੀ ਹੈ? ਕਿਸਾਨ ਤਾਂ ਸਿੰਪਲ ਇੱਕ ਚੀਜ਼, ਛੋਟੀ ਜਿਹੀ ਚੀਜ਼ ਮੰਗਦਾ, MSP ਤੇ ਗਾਰੰਟੀ। ਜਿਹੜਾ ਕਿਸਾਨ ਕਹਿੰਦਾ ਜੀ, ਅੱਜ ਕਿਸਾਨ ਦੀ ਮੰਗ ਕੀ ਹੈ ਜੀ? ਪਹਿਲੀ ਮੰਗ ਉਹਨਾਂ ਦੀ ਇਹ ਸੀ ਕਿ ਸਾਨੂੰ ਦਿੱਲੀ ਐਂਟਰ ਹੋਣ ਦਿੱਤਾ ਜਾਵੇ। ਦੇਖੋ, ਕਿਸਾਨ ਮੰਗ ਕਰ ਰਿਹਾ ਹੈ ਕਿ ਸਾਨੂੰ ਦਿੱਲੀ ਐਂਟਰ ਹੋਣ ਦਿੱਤਾ ਜਾਵੇ, ਕਿਉਂਕਿ ਕਿਸਾਨ ਨੂੰ ਆਮ ਜਨਤਾ ਤੋਂ ਅੱਡ ਕਰ ਦਿੱਤਾ ਗਿਆ। ਤੇ ਮਤਲਬ ਕਿ ਇੱਕ ਦੇਸ਼ ਦਾ ਨਾਗਰਿਕ ਆਪਣੇ ਦੇਸ਼ ਦੀ ਰਾਜਧਾਨੀ ਵਿੱਚ ਜਾਣ ਵਾਸਤੇ ਮੰਗ ਕਰ ਰਿਹਾ ਹੈ, ਔਰ ਉਹਦੇ ਵਾਸਤੇ ਟੋਏ ਪੱਟੇ ਜਾ ਰਹੇ ਨੇ ਵੱਡੇ ਵੱਡੇ, ਉਹਦੇ ਉੱਪਰ ਸ਼ੈਲਿੰਗ ਕੀਤੀ ਜਾ ਰਹੀ ਹੈ, ਥਰੂ ਗੈਸ ਮਾਰੀ ਜਾ ਰਹੀ ਹੈ, ਉਹਦੇ ਉੱਪਰ ਵਾਟਰ ਕੈਨਨ ਦਾ ਇਸਤੇਮਾਲ ਕੀਤਾ ਜਾ ਰਿਹਾ, ਉਹਦੇ ਡਾਂਗਾ ਮਾਰੀਆਂ ਜਾ ਰਹੀਆਂ ਨੇ। ਔਰ ਇੱਕ ਹੈਰਾਨੀ ਦੀ ਗੱਲ ਕੁਲਦੀਪ ਜੀ, ਇੱਕ ਹੈਰਾਨੀ ਦੀ ਗੱਲ ਇਹ ਹੈ ਕਿ ਜਿਹੜਾ ਬੰਦਾ ਸ਼ਾਂਤ ਹੈ ਉਹ ਤੇ ਹੱਤਿਆ ਦਾ ਪਰਚਾ ਹੋ ਰਿਹਾ, ਜਿਹੜਾ ਅਸ਼ਾਂਤ ਹੈ ਜੋ ਕਰਵਾ ਰਿਹਾ ਹੈ ਨਹੀਂ, ਉਹਦੇ ਪਰ ਕੁਝ ਵੀ ਨਹੀਂ, ਉਹਨੂੰ ਇਨਾਮ ਦੇਣ ਦੀ ਗੱਲ ਕੀਤੀ ਜਾ ਰਹੀ ਹੈ। ਇਹ ਤਾਂ ਉਹ ਗੱਲ ਹੋ ਗਈ ਜਿਹੜਾ ਆਪਾਂ ਭਾਰਤ ਆਜ਼ਾਦ ਕਰਵਾਇਆ ਸੀਗਾ। ਮੈਨੂੰ ਤਾਂ ਨਹੀਂ ਲੱਗਦਾ ਵੀ ਭਾਰਤ ਆਜ਼ਾਦ ਹੋਇਆ। ਇਹ ਤਾਂ ਅੰਗਰੇਜ਼ਾਂ ਨਾਲੋਂ ਵੀ ਵੱਧ ਅਸੀਂ ਗੁਲਾਮ ਬਣ ਗਏ ਆ। ਬਿਲਕੁਲ ਤਾਨਾਸ਼ਾਹੀ ਰਾਜ ਹੈ। ਬਿਲਕੁਲ, ਜੋ ਹੁਕਮਰਾਨ ਬੈਠੇ ਨੇ ਦੇਸ਼ ਦੇ ਉੱਪਰ ਨੇ, ਸਟੇਟ ਦੇ ਉੱਪਰ ਨੇ, ਜਿਹੜੇ ਨੇ ਜੋ ਕਾਨੂੰਨ ਲਾਗੂ ਕਰਨਗੇ, ਜੋ ਉਹਨਾਂ ਦੀ ਦੇਖੋ ਗੱਲ ਪਤਾ ਕੀ, ਦੇਖੋ ਇਹ ਕੀ ਕਹਿੰਦੇ ਨੇ। ਮੇਰੀ ਬੇਨਤੀ ਸੁਣ ਲਓ, ਮੇਰੀ ਬੇਨਤੀ ਸੁਣ ਲਓ। ਗੱਲ ਇਹ ਹੈ ਕਿ ਇਹ ਕਹਿੰਦੇ ਨੇ ਕਿ ਆੜਤੀ ਸਿਸਟਮ ਹੈ ਜਿਹੜਾ ਵਿਚੌਲੀਆ ਸਿਸਟਮ, ਇਹ ਬਿਲਕੁਲ ਰਿਮੂਵ ਹੋ ਜਾਏਗਾ, ਹੈ ਜੀ। ਇਹਦੀ ਰਿਮੂਵਲ ਦੇ ਨਾਲ ਜਿਹੜਾ ਕਿਸਾਨ ਨੂੰ ਸਿੱਧੇ ਤੌਰ ਤੇ ਫਾਇਦਾ ਹੋਏਗਾ, ਇਹਦੇ ਨਾਲ ਖਪਤਕਾਰ ਨੂੰ ਸਿੱਧੇ ਤੌਰ ਤੇ ਫਾਇਦਾ ਹੋਏਗਾ। ਜਦ ਕਿ ਪ੍ਰਧਾਨ ਮੰਤਰੀ ਖੁਦ
ਜਦੋਂ ਮੀਟਿੰਗ ਨੂੰ ਇੱਕ ਨੂੰ ਸੰਬੋਧਨ ਕਰਦੇ ਨੇ ਉਹ ਕਹਿੰਦੇ ਨੇ ਵੀ ਤਿੰਨਾਂ ਦਾ ਹੱਕ ਸਾਧਿਆ ਜਾਏਗਾ, ਤੇ ਵਿਚੋਲੇ ਨੂੰ ਵੀ ਫਾਇਦਾ ਹੋਏਗਾ। ਔਨ ਦਾ ਰਿਕਾਰਡ ਉਹਨਾਂ ਦੀ ਸਪੀਚ ਬੋਲਦੀ ਹੈ। ਹੁਣ ਮਸਲਾ ਇਹ ਹੈ, ਆਪਾਂ ਇਹ ਤੋਂ ਵੀ ਅੱਗੇ ਚੱਲਦੇ ਹਾਂ ਕਿ ਕਹਾਣੀ ਸਿਰਫ ਇੰਨੀ ਕੁ ਹੈ ਕਿ ਵਿਚੌਲੀਏ ਜਿਹੜੇ ਆੜਤੀ ਨੇ ਜਿਨ੍ਹਾਂ ਦੀ ਸਾਂਝ ਹੈ ਕਿਸਾਨਾਂ ਦੇ ਨਾਲ, ਆੜਤੀ ਇੱਕ ਸਿਸਟਮ ਹੈ ਜਿਹਦੇ ਕੋਲ ਕਿਸਾਨ ਜਾਂਦਾ ਹਰੇਕ ਉਹ ਤਾਂ ਹਰੇਕ ਸਿਸਟਮ ਦਾ ਇੱਕ ਹਿੱਸਾ ਹੈ। ਉਹਨੂੰ ਖਤਮ ਕਰਕੇ ਉਹ ਪ੍ਰੋਫਿਟ ਜਿਹੜਾ ਉਹ ਲੈ ਰਹੇ ਨੇ ਉਹ ਕਾਰਪੋਰੇਟਸ ਨੂੰ ਦੇਣ ਦੀ ਗੱਲ ਹੈ ਵੀ ਉਹ ਕੰਪਨੀ ਵੱਡੇ। ਪੰਜਾਬ ਦਾ ਕਿਸਾਨ ਪੂਰਾ ਅਵੇਅਰ ਹੈ। ਗੋਦੀ ਮੀਡੀਆ, ਮਾਫ ਕਰਨਾ ਉਹਨੂੰ ਲਫ਼ਜ਼ ਵਰਤਣਾ ਪੈ ਰਿਹਾ, ਮਜਬੂਰ ਹੋ ਕੇ ਵਰਤਣਾ ਪੈ ਰਿਹਾ, ਜਿਹੜਾ ਗੋਦੀ ਮੀਡੀਆ ਉਹਨਾਂ ਤੋਂ ਕਿਸਾਨਾਂ ਤੋਂ ਜ਼ਿਆਦਾ ਕਿ ਤੁਹਾਨੂੰ ਪਤਾ ਹੈ। ਪਰ ਇੱਕ ਗੱਲ ਉਹਨਾਂ ਨੇ ਇੱਕ ਚੀਜ਼ ਜ਼ਰੂਰ ਦੁਨੀਆ ਸਾਹਮਣੇ ਰੱਖਤੀ ਕਿ 100% ਕਿਸਾਨ ਸੀਗਾ, ਚਾਹੇ ਉਹ ਬਜ਼ੁਰਗ ਸੀ, ਚਾਹੇ ਉਹ 17 ਸਾਲ ਦਾ ਸੀਗਾ, ਹੈ ਨੀ, ਲੇਡੀਜ਼ ਨੇ 6 ਮਹੀਨੇ ਦੀ ਤਿਆਰੀ ਕਰ ਰਹੇ ਉਹਨਾਂ ਨੇ ਨਾ ਸਾਰੇ ਦੱਸਤੀ। ਹਰ ਇੱਕ ਜਾਗਰੂਕ ਹੈ। ਇਹ ਕਹਿੰਦੇ ਨੇ ਵੀ ਕਿਸਾਨਾਂ ਨੂੰ ਮੂਰਖ ਬਣਾ ਕੇ ਤੋਰਿਆ, ਕਿਹਨੇ ਤੋਰਿਆ, ਸਾਜ਼ਿਸ਼ ਕਰ ਰਹੇ ਨੇ ਲੋਕ ਇਹਨਾਂ ਨੂੰ ਤੋੜਨ ਵਾਸਤੇ। ਮੈਨੂੰ ਤਾਂ ਕੋਈ ਦਿਖਦਾ ਨਹੀਂ ਉਹਨਾਂ ਵਿੱਚ ਵੀ ਉਹ ਸਾਜ਼ਿਸ਼ ਦਾ ਹਿੱਸਾ ਬਣ ਕੇ ਜਾ ਰਹੇ, ਉਹ ਤਾਂ ਆਪਣੇ ਹੱਕਾਂ ਵਾਸਤੇ ਲੜ ਰਹੇ। ਕਿਸਾਨ ਕਿਉਂ ਕਿਸੇ ਸਾਜ਼ਿਸ਼ ਦਾ ਹਿੱਸਾ ਬਣੇਗਾ? ਉਹ ਆਪਣਾ ਹੱਕ ਮੰਗਣ ਜਾ ਰਹੇ ਨੇ, ਭੀਖ ਮੰਗਣ ਥੋੜਾ ਗਏ ਨੇ ਉੱਥੇ ਕੇਂਦਰ ਦੇ ਵਿੱਚ। ਇਹ ਸਾਜ਼ਿਸ਼ ਦਾ ਹਿੱਸਾ ਹੁੰਦਾ, ਪਹਿਲੀ ਗੱਲ ਹੈ ਜੀ, ਆਪਾਂ ਉਹਨਾਂ ਦੀ ਗੱਲ ਦਾ, ਮੋਦੀ ਸਰਕਾਰ ਦੀ ਗੱਲ ਦਾ ਸਿੱਧਾ ਜਵਾਬ ਦਿੰਦੇ ਹਾਂ। ਜਿਹੜੇ ਮੰਤਰੀ ਆਰੋਪ ਲਾ ਰਹੇ ਨੇ ਉਹਨਾਂ ਨੇ ਇਹ ਨਹੀਂ ਪਤਾ ਕਿ ਉਹਨਾਂ ਨੇ ਸਾਰੀ ਪੋਲੀਟੀਕਲ ਪਾਰਟੀਆਂ ਨੂੰ ਕਹਿਤਾ ਸੀ ਤੁਸੀਂ ਸਾਡੇ ਖੇਮੇ 'ਚ ਨਹੀਂ ਵੜਨਾ, ਸਾਡਾ ਸੰਘਰਸ਼ ਹੈ, ਤੁਸੀਂ ਸਿਆਸਤ ਵਾਲੇ ਆਪਣੇ ਸਿਆਸੀ ਕੰਮ ਕਰੋ। ਜਿਹੜਾ ਕਿਸਾਨੀ ਸੰਘਰਸ਼ ਹੈ ਉਹ ਕਿਸਾਨ ਦੇ ਥੱਲੇ ਲੜਿਆ ਜਾ ਰਿਹਾ, ਨਾ ਕਿ ਕਿਸੇ ਪਾਰਟੀ ਦੇ। ਦੇਖੋ ਆਮ ਆਦਮੀ ਪਾਰਟੀ ਨੇ ਪ੍ਰਬੰਧ ਕੀਤੇ, ਕਿਸਾਨਾਂ ਨੇ ਕੀ ਕੀਤਾ ਜੀ, ਸਾਡੇ ਕੋਲ ਪ੍ਰਬੰਧ ਹੈਗੇ ਨੇ, ਠੀਕ ਹੈ ਜੀ। ਉਹ 6 ਮਹੀਨੇ ਲੈ ਕੇ ਗਏ ਨੇ ਪਹਿਲਾਂ ਹੀ ਪ੍ਰਬੰਧ। ਉਹ ਕਹਿੰਦੇ ਜੀ ਅਸੀਂ 2 ਸਾਲ ਤੱਕ ਆਰਾਮ ਨਾਲ ਸਾਡਾ ਆਇਆ ਜਾਇਆ ਚਲਾਏਗਾ। ਪਰ ਇੱਕ ਗੱਲ ਦੱਸੋ, ਇਹ ਜੀ ਚੀਜ਼ 'ਚ ਆ ਕੇ ਵੀ ਸਰਕਾਰ ਨੂੰ ਅਕਲ ਕਿਉਂ ਨਹੀਂ ਆਉਂਦੀ? ਉਲਟਾ ਦੇਖੋ ਜੀ, ਮੈਂ ਤਾਂ ਗੱਲ ਦੱਸਦਾ, ਇੱਥੇ ਸਿਰਫ ਈਗੋ ਦੀ ਪ੍ਰੋਬਲਮ ਹੈਗੀ ਹੈ। ਕਿਉਂਕਿ ਜੇ ਕੇਂਦਰ ਸਰਕਾਰ, ਮੋਦੀ ਜੀ ਜਿਹੜੇ ਪ੍ਰਧਾਨ ਮੰਤਰੀ ਜੀ, ਜੇ ਉਹ ਕਹਿੰਦੇ ਨੇ ਵੀ ਇਹ ਕਿਸਾਨਾਂ ਦੇ ਹਿੱਤ ਦੇ ਵਿੱਚ ਹੈਗੇ ਕਾਨੂੰਨ, ਤੇ ਫਿਰ ਉਹ ਕਿਸਾਨਾਂ ਨੂੰ ਹੁਣ ਤੱਕ ਅਵੇਅਰ ਕਿਉਂ ਨਹੀਂ ਕਰ ਪਾਏ? ਉਹ ਕਿਉਂ ਨਹੀਂ ਜਸਟੀਫਿਕੇਸ਼ਨ ਦੇ ਸਕੇ ਵੀ ਇਹ ਤੁਹਾਡੇ ਅਗੇਂਸਟ ਨਹੀਂ ਹੈ, ਇਹ ਤਾਂ ਤੁਹਾਡੇ ਉਲਟਾ ਤੁਹਾਡੇ ਹੱਕ ਦੇ ਵਿੱਚ ਹੈ। ਇਹ ਬਿਲਕੁਲ। ਮੈਂ ਜਿਹੜੀ ਗੱਲ ਕਰਨੀ ਚਾਹੁੰਦਾ ਉਹ ਇਹ ਹੈ ਕਿ ਇੰਨਾ ਵੱਡਾ ਡਰਾਮਾ ਰਚਿਆ ਗਿਆ ਕਿਸਾਨਾਂ ਨੂੰ ਰੋਕਣ ਦਾ। ਮੈਂ ਇਹਨੂੰ ਡਰਾਮਾ ਇਸ ਕਰਕੇ ਕਹਿ ਰਿਹਾ ਕਿਉਂਕਿ ਹਰਿਆਣਾ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੋਣ ਕਰਕੇ ਇਹਨਾਂ ਨੇ ਟੋਏ ਪੱਟੇ, ਇਹਨਾਂ ਨੇ ਰੋਕਿਆ, ਇਹਨਾਂ ਨੇ ਬਲੌਕੇਡ ਲਾਏ, ਇਹਨਾਂ ਨੇ ਪੱਥਰ ਖਵਾਤੇ, ਇਹਨਾਂ ਨੇ ਪਤਾ ਨਹੀਂ ਕੀ ਕਰਿਆ। ਦਿੱਲੀ ਪੁਲਿਸ ਨੇ ਪਹਿਲਾਂ ਬੈਰੀਕੇਡਸ ਲਾਏ, ਉਹਦੇ ਪਿੱਛੇ ਪੱਥਰ ਖਵਾਤੇ, ਉਤੋਂ ਸ਼ੈਲਿੰਗ ਵੀ ਕੀਤੀ। ਸਿੰਘੂ ਬਾਰਡਰ ਤੇ ਤੁਸੀਂ ਕੱਲ ਦੇਖਿਆ ਹੀ ਹੈ ਤਮਾਸ਼ਾ ਕੀ ਕੁਝ ਹੋਇਆ ਨਾ ਜੀ। ਉਹ ਤੋਂ ਬਾਅਦ ਅਚਾਨਕ ਉਹਨਾਂ ਨੂੰ ਐਂਟਰ ਕਰਵਾ ਦਿੱਤਾ ਜਾਂਦਾ, ਕਿਸਾਨਾਂ ਨੂੰ, ਵੀ ਤੁਸੀਂ ਅੰਦਰ ਆਉਣ ਵਾਸਤੇ ਤੁਹਾਨੂੰ ਦਾਖਲ ਹੋਣ ਦੀ ਇਜਾਜ਼ਤ ਹੈ। ਵੀ ਇਹ ਸਾਰਾ ਕੁਝ ਤੁਸੀਂ ਮਤਲਬ ਕੀ ਦੇਖਣਾ ਕੀ ਚਾਹੁੰਦੇ ਸੀ? ਸਬਰ ਦੇਖ ਰਹੇ ਸੀ ਤੁਸੀਂ ਕੀ ਦੇਖਣਾ ਚਾਹੁੰਦੇ ਸੀ? ਤੁਸੀਂ ਇਹ ਦੇਖਣਾ ਚਾਹੁੰਦੇ ਸੀ ਵੀ ਕਿਸਾਨ ਕਿਸ ਲੈਵਲ ਤੱਕ ਜਾਏਗਾ। ਸਹੀ ਗੱਲ, ਠੀਕ ਹੈ ਨਾ ਜੀ। ਤੇ ਅਸੀਂ ਕਿਸਾਨਾਂ ਨਾਲ ਕਿੰਨਾ ਧੱਕਾ ਕਰ ਸਕਦੇ ਹਾਂ? ਜਦੋਂ ਪੰਜਾਬ ਦੇ ਕਿਸਾਨਾਂ ਉੱਪਰ, ਹਰਿਆਣੇ ਦੇ ਕਿਸਾਨਾਂ ਉੱਪਰ ਜਦੋਂ ਲਾਠੀ ਚਾਰਜ ਹੁੰਦਾ ਹੈ, ਜਦੋਂ ਸ਼ੈਲਿੰਗ ਹੁੰਦੀ ਹੈ, ਉਹ ਸ਼ੈਲਿੰਗ ਹਰਿਆਣੇ ਦੇ ਜਿਹੜਾ ਬਾਰਡਰ ਹੈ ਉਹਦੇ 'ਚ ਕਈ ਘਰਾਂ ਦੇ ਵਿੱਚ ਸ਼ੈਲਿੰਗ ਕਰਤੀ ਇਹਨਾਂ ਨੇ, ਜਿਹਦਾ ਕਿ ਪਿੱਛੇ ਬੈਠੇ ਕਿਸਾਨਾਂ ਨੂੰ ਕੁਝ ਪਤਾ ਤੱਕ ਨਹੀਂ ਸੀ। ਉਹ ਪਿੱਛੇ ਬੈਠੇ ਸੀ, ਅਗਲੇ ਗੱਲ ਕਰ ਰਹੇ ਸੀ, ਗੱਲ ਕਰਦੇ ਮਾੜਾ ਮੋਟਾ ਕਿਤੇ 19-21 ਹੋਇਆ, ਇਹਦੇ ਵਿੱਚ ਦਿੱਲੀ ਪੁਲਿਸ ਪੂਰੀ ਤਰ੍ਹਾਂ ਜ਼ਿੰਮੇਵਾਰ ਸੀਗੀ। ਬਿਲਕੁਲ। ਮਤਲਬ ਕਹਿਣ ਦਾ ਮਤਲਬ ਇਹ ਹੈ ਕਿ ਇੰਨਾ ਵੱਡਾ ਡਰਾਮਾ ਰਚਣ ਦੀ ਸਰਕਾਰ ਨੂੰ ਕੋਈ ਲੋੜ ਨਹੀਂ ਸੀ। ਸਰਕਾਰ ਇਸ ਮਸਲੇ ਤੇ ਬੁਰੀ ਤਰ੍ਹਾਂ ਹਾਰੀ ਹੈ। ਉਹ ਤਾਂ ਹਾਰੀ ਹੈ ਕਿ ਜਦੋਂ ਪੰਜਾਬ ਦੇ ਕਿਸਾਨਾਂ ਨਾਲ ਧੱਕਾ ਹੋਇਆ ਤਾਂ ਦੇਸ਼ ਦਾ ਕਿਸਾਨ ਤੁਰ ਪਿਆ ਸਾਰੇ ਪਾਸੇ। ਜਦੋਂ ਜਾਮ ਲੱਗਣ ਲੱਗੇ ਉਦੋਂ ਮੋਦੀ ਸਰਕਾਰ ਨੂੰ ਲੱਗਿਆ ਵੀ ਇਹ ਕੀ ਹੋ ਗਿਆ। ਤੇ ਜੇ ਪਹਿਲਾਂ ਸਟੈਪ ਲਿਆ ਹੀ ਨਾ ਜਾਂਦਾ, ਕਿਸਾਨਾਂ ਨੂੰ ਉੱਥੇ ਅੱਜ ਤੱਕ ਦੇ ਜਿੰਨੇ ਵੀ ਉੱਥੇ ਦਿੱਲੀ ਦੇ ਵਿੱਚ ਕਿਸਾਨਾਂ ਦੇ ਸੰਘਰਸ਼ ਹੋਏ ਆ, ਕਿਸੇ ਇੱਕ ਵਿੱਚ ਕੋਈ ਮਤਲਬ ਇਸ ਤਰ੍ਹਾਂ ਦਾ ਇਹ ਨਹੀਂ ਹੋਇਆ ਵੀ ਕਿਸਾਨ ਹਮੇਸ਼ਾ ਸ਼ਾਂਤੀਪੂਰਨ ਢੰਗ ਨਾਲ ਹੀ ਕਰਦੇ ਰਹੇ ਨੇ। ਕਦੇ ਉਹਨਾਂ ਨੇ ਕੋਈ ਭੰਨ ਤੋੜ ਨਹੀਂ ਕੀਤੀ, ਕਦੇ ਕੋਈ ਕੁਛ ਨਹੀਂ ਕੀਤੀ। ਚੰਡੀਗੜ੍ਹ ਵੀ ਧਰਨੇ ਮਾਰਦੇ ਰਹੇ ਨੇ, ਆਪਣਾ ਰਾਸ਼ਨ ਲੈ ਕੇ ਖੁਦ ਆਉਂਦੇ ਰਹੇ ਨੇ। ਪੰਜਾਬ ਸਰਕਾਰ ਜੇ ਇਸ ਚੀਜ਼ ਦੀ ਗਰੰਟੀ ਕਰ ਸਕਦੀ ਹੈ ਕਾਨੂੰਨ ਪਾਸ ਕਰਕੇ ਵੀ ਅਸੀਂ ਤੁਹਾਡਾ ਸਮਾਨ ਚੱਕਾਂਗੇ, ਜਿਹੜਾ MSP ਗਰੰਟਡ ਹੈ, ਇਹ ਤੋਂ ਥੱਲੇ ਜੇ ਕੋਈ ਚੱਕੇਗਾ ਉਹਨੂੰ ਸਜ਼ਾ ਹੋਏਗੀ, ਤਾਂ ਤੁਸੀਂ ਇਹ ਚੀਜ਼ ਪਾ ਦਿਓ। ਤੁਸੀਂ ਕਿਉਂ ਨਹੀਂ ਪਾਉਂਦੇ? ਅਸਲ 'ਚ ਗੱਲ ਇੱਕ ਸਿੰਪਲ ਡਿਮਾਂਡ ਹੈ, ਸਿੰਪਲ ਡਿਮਾਂਡ ਤੁਸੀਂ ਪੂਰੀ ਕਰ ਦਿਓ। ਜਿਹੜੀ ਹੁਣ ਕੇਂਦਰੀ ਮੰਤਰੀ ਕਹਿ ਰਹੇ ਨੇ ਵੀ ਅਸੀਂ ਗੱਲਬਾਤ ਕਰਨ ਨੂੰ ਤਿਆਰ ਹਾਂ, ਟੇਬਲ ਤੇ ਆਓ, ਮੇਜ਼ ਤੇ ਬੈਠ ਜਾਓ। ਇਹੀ ਤਾਂ ਕਿਸਾਨ ਜਿਹੜੇ 2 ਮਹੀਨੇ ਤੋਂ ਕਹਿੰਦੇ ਆ ਰਹੇ ਨੇ। ਇਹ ਜਿਹੜਾ ਇੰਨਾ ਨੁਕਸਾਨ ਹੋ ਰਿਹਾ ਹੈ, ਕਿਸਾਨ ਠੰਡ ਦੇ ਵਿੱਚ ਮਰ ਰਿਹਾ ਹੈ, ਉਹਦੇ ਬੱਚੇ ਨੇ ਜਾਂ ਔਰਤਾਂ ਨੇ ਜਿਹੜੀਆਂ ਹੈਗੀਆਂ ਨੇ, ਜੇ ਇਹੀ ਗੱਲ ਉਹ ਪਹਿਲੇ ਦਿਨ ਪੰਜਾਬ ਦਾ ਐਡਾ ਭਾਰੀ ਨੁਕਸਾਨ ਕਰਤਾ, ਤੁਸੀਂ ਟ੍ਰੇਨਸ ਰੋਕਦੀਆਂ, ਤੁਸੀਂ ਆਪੂਰਤੀ ਰੋਕਦੀ, ਜਿਹੜਾ ਇੰਡਸਟਰੀਜ਼ ਦਾ 25,000 ਕਰੋੜ ਰੁਪਏ ਉਹ ਕਹਿੰਦੇ ਸਾਡਾ ਨੁਕਸਾਨ ਹੋਇਆ। ਇਸ ਨੁਕਸਾਨ ਦਾ ਜ਼ਿੰਮੇਵਾਰ ਕੌਣ ਹੈ? ਕੁਲਦੀਪ ਜੀ, ਜਿਹੜਾ ਤੁਸੀਂ ਸਵਾਲ ਚੱਕਿਆ ਹੈ ਨਾ ਕਿ ਮੋਦੀ ਸਰਕਾਰ ਨੇ ਕੀਤਾ ਗਿਆ ਸਾਜ਼ਿਸ਼,
ਕਿਉਂਕਿ ਹਮੇਸ਼ਾ ਸਰਕਾਰ ਜਿਹੜੀ ਸਟੇਟ ਮਸ਼ੀਨਰੀ ਹੁੰਦੀ ਹੈ ਨਾ, ਉਹਨੂੰ ਇਹ ਹੁੰਦਾ ਕਿ ਉਹ ਆਪਣੇ ਹੱਕਾਂ ਜਿਨ੍ਹਾਂ ਦੇ ਹੱਕ 'ਚ ਬਿੱਲ ਲਿਆ ਰਹੀ ਹੈ ਉਹਨਾਂ ਦੀ ਪੂਰਤੀ ਲਈ ਜਨਤਾ 'ਚ ਉਹਨਾਂ ਨੂੰ ਹਿੰਸਾਤਮਕ ਅੱਤਵਾਦੀ ਚਿਹਰਾ ਦਿਖਾ ਕੇ ਕਿ ਇਹ ਤਾਂ ਭੜਕਾਉਣ ਦੀ ਕੋਸ਼ਿਸ਼ਾਂ ਕੀਤੀਆਂ। ਪਰ ਸਿਆਣਪ ਜਾਈਏ, ਜਿਹੜੀ ਇਸ ਕਿਸਾਨ ਦੀ ਲੀਡਰਸ਼ਿਪ ਸੀ ਜਿਹੜੀ ਸੁਲਝੀ ਹੋਈ ਸੀਗੀ, ਜੋ ਇਹਨੂੰ ਸਾਂਭ ਕੇ ਅੱਜ ਆਪਣੇ ਮੋਟਿਵ ਤੇ ਪਹੁੰਚ ਗਈ, ਜਿਸਨੇ ਸਰਕਾਰ ਦੀਆਂ ਚੁੱਲ੍ਹਾਂ ਹਿਲਾ ਦਿੱਤੀਆਂ ਤੇ ਅੱਜ ਇਹ ਸੋਚਣ ਨੂੰ ਮਜਬੂਰ ਕਰ ਦਿੱਤਾ ਹੈ ਕਿ ਸਾਨੂੰ ਇਹ ਤੇ ਸੋਚਣ ਤੋਂ ਵੀ ਸੋਚਣਾ ਪੈਂਦਾ ਹੈ। ਮੈਨੂੰ ਇੱਕ ਗੱਲ ਸਮਝ ਨਹੀਂ ਆਈ ਵੀ ਦੇਖੋ ਬੱਚੇ ਨੂੰ ਪਤਾ ਹੈ ਵੀ ਜਦੋਂ ਵੀ ਦੇਸ਼ ਨੂੰ ਆਜ਼ਾਦ ਕਰਾਉਣ ਦੀ ਲੋੜ ਪਈ, ਦੇਸ਼ ਜਦੋਂ ਆਜ਼ਾਦ ਕਰਾਇਆ ਤਾਂ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ। ਹੁਣ ਜਿਹੜੇ ਪੰਜਾਬ ਦੇ ਕਿਸਾਨ ਨੇ ਇਹ ਪੰਜਾਬ ਦੇ ਪੁੱਤ ਨੇ ਵੀ ਤਾਂ ਇਹ ਹੁਣ ਕੀ ਮੋਦੀ ਸਾਹਿਬ ਨੂੰ ਇਹ ਗੱਲ ਦੀ ਸਮਝ ਨਹੀਂ ਸੀ ਇਹਨਾਂ ਨੂੰ ਵੀ ਇਹ ਪੰਜਾਬੀ ਨੇ, ਪੰਜਾਬ ਦੇ ਪੁੱਤ ਨੇ, ਜਿਹੜਾ ਦੇਸ਼ ਦਾ ਢਿੱਡ ਭਰ ਰਹੇ ਨੇ ਵੀ ਹਾਰ ਮੰਨ ਜਾਣਗੇ। ਇਹ ਨਾ ਐਕਚੁਅਲੀ ਕੀ ਹੈ, ਇਹ ਸੋਚਦੇ ਸੀ ਵੀ ਕਿਸਾਨ ਤਾਂ ਮੂਰਖ ਹੈ। ਇਹ ਕਹਿੰਦੇ ਨੇ, ਇਹ ਹੁਣ ਵੀ ਕਹਿੰਦੇ ਨੇ ਵੀ ਕਿਸਾਨ ਤਾਂ ਮੂਰਖ ਹੈ, ਖੇਤਾਂ 'ਚ ਕੰਮ ਕਰਨ ਵਾਲਾ ਕਿਸਾਨ ਮੂਰਖ ਹੈ, ਕਿਸਾਨ ਅਨਪੜ੍ਹ ਹੈ, ਕਿਸਾਨ ਨੂੰ ਤਾਂ ਵਰਗਲਾਇਆ ਜਾ ਰਿਹਾ। ਬਟ ਕਿਸਾਨ ਇੰਨਾ ਸਿਆਣਾ ਹੈ, ਇੰਨਾ ਜਾਗਰੂਕ ਹੈ। ਉਹਨੂੰ ਦੇਖੋ ਤੁਸੀਂ, ਹੁਣ ਕਿਸਾਨ ਦੀ ਲੜਾਈ ਕੀ ਹੈ, ਇਹ ਪੋਲੀਟੀਕਲੀ ਕਿਸਾਨ ਨੂੰ ਲੋਕਾਂ ਤੋਂ ਨਖੇੜ ਕੇ ਇੱਕ ਅਲੱਗ ਧਿਰ ਬਣਾ ਦੇਣਾ ਚਾਹੁੰਦੇ ਸੀ, ਜਦ ਕਿ ਕਿਸਾਨ ਨੂੰ ਪਤਾ ਹੈ ਕਿ ਮੇਰੀ ਫਸਲ ਦਾ ਜਿਹੜਾ ਸਿਸਟਮ ਹੈ ਇਹ ਪੋਲਿਟਿਕਸ ਦੇ ਨਾਲ ਜੁੜਿਆ ਹੋਇਆ ਔਰ ਉਹ ਪੋਲਿਟਿਕਸ ਤੋਂ ਕਦੇ ਵੀ ਕਿਸਾਨ ਅੱਡ ਨਹੀਂ ਹੋਣਾ ਚਾਹੁੰਦਾ। ਕਿਸਾਨੀ ਵੋਟਾਂ ਦੇ ਆਧਾਰ ਤੇ ਸਰਕਾਰਾਂ ਬਣਦੀਆਂ ਵਿਗੜਦੀਆਂ ਰਹੀਆਂ ਨੇ। ਇਹ ਸਰਕਾਰ ਨੂੰ ਚੰਗੀ ਤਰ੍ਹਾਂ ਪਤਾ ਹੈ, ਕੇਂਦਰ ਸਰਕਾਰ ਨੂੰ, ਉਹ ਇਸੇ ਚੀਜ਼ ਨੂੰ ਅੱਡ ਕਰਨਾ ਚਾਹੁੰਦੀ ਸੀ। ਬਟ ਕਿਸਾਨ ਇੰਨਾ ਸਿਆਣਾ ਔਰ ਇੰਨਾ ਜਾਗਰੂਕ ਹੈ ਕਿ ਉਹਨੇ ਇਹਨਾਂ ਦੀਆਂ ਜਿਹੜੀਆਂ ਜੋ ਵੀ ਇਹਨਾਂ ਦੀਆਂ ਨੀਤੀਆਂ ਸੀ ਇਸ ਤਰੀਕੇ ਦੀਆਂ, ਉਹਨਾਂ ਦੀ ਧੱਜੀਆਂ ਉਡਾ ਕੇ ਰੱਖਤੀਆਂ। ਦੇਖੋ, ਜਿਵੇਂ ਆਪਣੇ ਤੁਹਾਡੇ ਸਾਹਮਣੇ ਗੱਲ ਕੀਤੀ ਹੈ ਜੀ, ਮੈਂ ਉਹਦੀ ਗੱਲ ਤੋਂ ਅੱਗੇ ਵਧਾ ਰਿਹਾ। 26 ਨਵੰਬਰ ਸੰਵਿਧਾਨ ਦਿਵਸ, ਠੀਕ ਹੈ ਜੀ। ਬੰਦਾ ਸਟੇਟ ਤੋਂ ਸਟੇਟ ਜਾ ਰਿਹਾ, ਹੱਕ ਹੈ, ਠੀਕ ਹੈ ਜੀ। ਤੀਸਰੀ ਗੱਲ, ਕਿਉਂ ਇਹ ਕੀਤਾ ਜਾ ਰਿਹਾ, ਕਿਉਂ ਖੱਡੇ ਪੱਟੇ ਜਾ ਰਹੇ ਨੇ? ਸਟੇਟ ਦੀ ਖੱਡੇ ਪੱਟਣਾ ਇੱਕ ਸੰਵਿਧਾਨ ਦੀ ਉਲੰਘਣਾ, ਪੂਰੀ ਟੋਟਲੀ ਕੀਤੀ ਇਹਨਾਂ ਨੇ ਉਲੰਘਣਾ। ਇਹਦਾ ਮਤਲਬ ਕਿ ਸਿਰਫ ਇਹਨਾਂ ਨੇ ਇੱਕ ਗੱਲ ਕੀਤੀ ਹੈ ਕਿ ਮੋਦੀ ਸਰਕਾਰ ਦੇ ਜਿਹੜੇ ਸਮਰਥਕ ਸਟੇਟ ਗਵਰਨਮੈਂਟਾਂ ਨੇ, ਉਹਨਾਂ ਨੇ ਵੀ ਇੱਕ ਇਹ ਚੀਜ਼ ਕਰਤੀ ਕਿ ਅਸੀਂ ਨਹੀਂ ਮੰਨਦੇ ਸੰਵਿਧਾਨ ਨੂੰ, ਅਸੀਂ ਤਾਂ ਆਪਣੇ ਹੱਕਾਂ ਦੀ ਮੰਨਾਂਗੇ। ਇਸ ਲਈ ਜਿਹੜੀ ਇੱਕ ਮੰਗ ਵੀ ਉੱਠੀ ਹੈ ਕਿ ਮਨੋਹਰ ਲਾਲ ਖੱਟੜ ਸਮੇਤ ਜਿਹੜੀ ਹਰਿਆਣਾ ਸਰਕਾਰ ਦਾ ਮੰਤਰੀ ਮੰਡਲ ਹੈ, ਇਹਦੇ ਖਿਲਾਫ ਬੇਦਰੋਗ ਦਾ ਪਰਚਾ ਦਰਜ ਹੋਣਾ ਚਾਹੀਦਾ। ਸੰਵਿਧਾਨ ਦਿਵਸ ਤੇ ਸੰਵਿਧਾਨ ਦੀਆਂ ਧੱਜੀਆਂ ਹੋਣੀਆਂ। ਦੂਸਰੀ ਗੱਲ, ਇੱਕ ਬਹੁਤ ਵੱਡਾ ਵਿਸ਼ਾ ਪੂਰੇ ਵਰਲਡ ਤੇ ਚਰਚਾ 'ਚ ਕੇਂਦਰ ਦਾ ਬਣਿਆ ਕਿ ਪੰਜਾਬ ਦੇ ਕਿਸਾਨ ਨੂੰ ਨਾ ਰੋਕਣਾ ਹੈ ਕਿ ਇਹ ਸਿੱਧ ਨਹੀਂ ਕਰ ਰਿਹਾ ਕਿ ਸੈਂਟਰ ਗਵਰਨਮੈਂਟ ਦੇ ਨੀਅਤ 'ਚ ਪੰਜਾਬ ਪ੍ਰਤੀ ਨਫ਼ਰਤ। ਗੱਲ ਸਿੰਪਲ ਗੱਲ ਇੱਕ ਹੈ ਜੀ, ਜੇ ਕੇਂਦਰ ਸਰਕਾਰ ਸੁਹਿਰਦ ਹੋਵੇ ਕਿਸਾਨਾਂ ਪ੍ਰਤੀ, ਜਿਨ੍ਹਾਂ ਕਰਕੇ, ਮੈਂ ਤਾਂ ਜਿਹੜੀ ਓਪਨਿੰਗ ਕਮੈਂਟ ਇਹੀ ਕੀਤਾ ਸੀ ਵੀ ਜਿਨ੍ਹਾਂ ਕਰਕੇ ਇਹ ਕਾਨੂੰਨ ਬਣਾਏ ਗਏ ਨੇ, ਜਿਨ੍ਹਾਂ ਦੇ ਹੱਕ ਵਾਸਤੇ ਕਥਿਤ ਤੌਰ ਤੇ, ਜੇ ਉਹ ਬੰਦੇ ਖੁਦ ਉਹ ਇੱਕ ਪੂਰੀ ਜਮਾਤ ਕਿਸਾਨਾਂ ਦੀ ਜੋ ਖੁਸ਼ ਹੀ ਨਹੀਂ ਹੈ, ਤੇ ਉਹਨਾਂ ਕਾਨੂੰਨਾਂ ਦਾ ਅਰਥ ਕੀ ਰਹਿ ਜਾਂਦਾ ਹੈ? ਕਿਸਾਨਾਂ ਦੀ ਡਿਮਾਂਡ ਜਿਹੜੀ ਹੈ, ਬੇਸਿਕ ਡਿਮਾਂਡ ਦੇਖੋ, ਸਿੰਗਲ ਪੁਆਇੰਟ ਡਿਮਾਂਡ ਉਹਨਾਂ ਦੀ ਇਹ ਹੈ ਕਿ ਜਿਹੜੀ MSP ਹੈ ਉਹ ਜਿਹੜੀ ਲਾਗੂ ਕਰੇਗੀ ਕੇਂਦਰ ਸਰਕਾਰ, ਉਹਦੀ ਗਰੰਟੀ ਕਰੇ ਕਿ ਇਸ ਤੋਂ ਥੱਲੇ ਮਾਲ ਨਹੀਂ ਚੱਕਿਆ ਜਾਏਗਾ। ਜਸਵਿੰਦਰ ਜੀ, ਗੱਲ ਇਹ ਹੈ ਕਿ ਇਸ ਗੱਲ ਦੇ ਹਜ਼ਾਰਾਂ ਪ੍ਰਮਾਣ ਨੇ, ਸਬੂਤ ਨੇ ਕਿ ਜਿਹੜੀਆਂ MSPਆਂ ਬਾਕੀ 23 ਇੱਦਾਂ ਦੀਆਂ ਕਮੋਡਿਟੀਜ਼ ਨੇ ਜਿਨ੍ਹਾਂ ਦੇ ਉੱਪਰ MSP ਫਿਕਸ ਹੁੰਦੀ ਹੈ, ਉਹ ਫਿਕਸ ਹੋ ਕੇ ਜੇ 4000 ਰੁਪਇਆ ਫਿਕਸ ਹੈ ਤੇ 1600 1700 1800 ਨੂੰ ਵਿਕਦੀ ਹੈ, ਠੀਕ ਹੈ ਨਾ ਜੀ, ਕਿਉਂਕਿ ਉਹਦੀ ਖਰੀਦ ਦੀ ਗਰੰਟੀ ਨਹੀਂ ਹੈ। ਇਹ ਦੋ ਫਸਲਾਂ ਦੀ ਜਿਹੜੀ ਖਰੀਦ ਦੀ ਗਰੰਟੀ ਹੈ, ਇਹਦੇ ਉੱਪਰ ਮੈਨੂੰ ਨਹੀਂ ਲੱਗਦਾ ਵੀ ਇਹ ਬੜੀ ਲੰਬਾ ਚੌੜਾ ਮਸਲਾ ਹੈ। ਇਹ ਕਿਸਾਨਾਂ ਨੂੰ ਖਦਸ਼ਾ ਕੀ ਹੈ? ਕਿਸਾਨਾਂ ਨੂੰ ਖਦਸ਼ਾ ਇਹ ਹੈ, ਸੁਣੋ, ਕਿਸਾਨਾਂ ਨੂੰ ਖਦਸ਼ਾ ਇਹ ਹੈ ਕਿ ਹਲੇ 2 ਸਾਲ ਤੱਕ, ਇਹ ਸਾਲ 2 ਸਾਲ ਤੱਕ ਜਦੋਂ ਮੰਡੀਆਂ ਪੂਰੀ ਤਰ੍ਹਾਂ ਬਰਬਾਦ ਕਰ ਦੇਣਗੇ, ਉਦੋਂ ਤੱਕ ਇਹ MSP ਤੇ ਗਰੰਟਡ ਸਮਾਨ ਚੱਕਦੇ ਰਹਿਣਗੇ, ਉਹ ਤੋਂ ਬਾਅਦ ਇਹ ਹੱਥ ਖਿੱਚ ਲੈਣਗੇ ਆਪਣੇ। ਤੇ ਵਾਈ ਡੋਂਟ ਯੂ ਗਰੰਟੀ? ਜੇ ਆਪਾਂ ਇਹੀ ਗੱਲ ਕਰਦੇ ਨੇ ਵੀ ਜੇ ਕਿਸਾਨਾਂ ਦੀ ਜਿਹੜੀ ਹੈਗੀ ਆ ਆਮਦਨ ਵਾਸਤੇ ਕੇਂਦਰ ਸਰਕਾਰ ਇੰਨੀ ਹੀ ਸੁਹਿਰਦ ਹੈ ਜਾਂ ਇੰਨੀ ਗੰਭੀਰ ਹੈ, ਉਹਨਾਂ ਨੂੰ ਲੱਗਦਾ ਵੀ ਇਹ ਬਿੱਲ ਲਿਆ ਕੇ ਲਾਗੂ ਕਰਕੇ ਕਿਸਾਨ ਖੁਸ਼ਹਾਲ ਹੋ ਜਾਏਗਾ, ਫਿਰ ਡਾਕਟਰ MS ਜਿਹੜੀ ਸਵਾਮੀਨਾਥਨ ਦੀ ਜਿਹੜੀ ਰਿਪੋਰਟ ਹੈ ਉਹ ਕਿਉਂ ਨਹੀਂ ਲਾਗੂ ਕਰ ਰਹੇ? ਕੋਈ ਬਸ ਉਹੀ ਤਾਂ ਸਰਕਾਰਾਂ ਆਈਆਂ, ਕਿੰਨੀਆਂ ਗਈਆਂ, ਸਾਰੀ ਰਿਪੋਰਟ ਤਿਆਰ ਹੋਈ ਪਈ ਹੈ, ਉਹਦੇ 'ਚ ਬੰਦ ਪਈ ਹੈ, ਉਹਨੂੰ ਓਪਨ ਕਰਕੇ ਕਿਉਂ ਨਹੀਂ ਲਾਗੂ ਕਰਦੇ ਉਹਨੂੰ? ਤੁਸੀਂ ਦੇਖੋ, ਤੁਸੀਂ ਕੱਪੜਾ ਖਰੀਦਣ ਜਾਂਦੇ ਹੋ, ਤੁਸੀਂ ਹੋਰ ਕੋਈ ਵੀ ਇਦਾਂ ਦਾ ਸਮਾਨ ਖਰੀਦਣ ਜਾਂਦੇ ਹੋ,
ਤੁਹਾਡੇ ਕੋਲ ਬਾਰਗੇਨਿੰਗ ਦਾ ਹੱਕ ਹੈ, ਤੁਸੀਂ ਕਹਿ ਦਿੰਦੇ ਹੋ ਕੰਪਨੀਜ਼ 1 ਰੁਪਈਆ ਨਹੀਂ, ਕੋ ਕੰਪਨੀ ਕਹਿੰਦੀ ਆਹ ਰੇਟ ਹੈ ਜੀ, ਇਸ ਰੇਟ ਤੇ ਅਸੀਂ ਵੇਚਣਾ ਹੈ। ਕਿਸਾਨ ਦੀ ਜਿਹੜੀ ਜਿਣਸ ਹੈ ਉਹਦਾ ਮੁੱਲ ਫਿਕਸ ਕਰਨ ਵਾਲੀ ਕੇਂਦਰ ਸਰਕਾਰ ਹੁੰਦੀ ਕੌਣ ਹੈ? ਪਹਿਲੀ ਗੱਲ ਤਾਂ ਇਹ ਹੈ ਨਾ ਜੀ, ਠੀਕ ਹੈ ਨਾ। ਤੇ ਜੇ ਤੁਸੀਂ ਕਿਸਾਨ ਨੂੰ ਇਹ ਹੱਕ ਦਿੱਤਾ ਹੈ, ਬਿਲਕੁਲ, ਜੇ ਕਿਸਾਨ ਉਹਦੇ ਉੱਪਰ ਖੁਸ਼ ਹੈ ਵੀ ਠੀਕ ਹੈ ਮੇਰੀ ਜਿਹੜੀ ਐਮਐਸਪੀ ਵੀ ਫਿਕਸ ਕੀਤੀ ਹੈ, ਇਹ ਠੀਕ ਹੈ, ਮੈਨੂੰ ਇਹ ਐਮਐਸਪੀ ਚਾਹੀਦੀ ਹੈ, ਤੇ ਉਹ ਐਮਐਸਪੀ ਨੂੰ ਗਾਰੰਟੀ ਕਰੋ ਤੁਸੀਂ ਖਰੀਦਣ ਦੀ, ਬਸ ਗੱਲ ਖਤਮ। ਜੋ ਪੰਜਾਬ ਨੇ ਪਾਸ ਕੀਤਾ ਕਾਨੂੰਨ, ਉਹ ਸੈਂਟਰ ਸਰਕਾਰ ਉਹਨੂੰ ਅਡਾਪਟ ਕਰ ਲਵੇ। ਕਿਸਾਨ ਨੂੰ ਇਨਸਾਫ ਦੇਣ 'ਚ ਕਿੰਨਾ ਕੁ ਸਮੇਂ ਲੱਗਦਾ ਹੈ, ਪਰ ਇਨਸਾਫ ਤਾਂ ਉਹ ਮੰਗ ਹੀ ਰਿਹਾ ਹੈ। ਆਖਰ ਸਰਕਾਰ ਨੂੰ ਝੁਕਣਾ ਪੈਣਾ ਹੈ, ਇਹ ਪੱਕਾ ਹੈ, ਕਿਉਂਕਿ ਕਿਸਾਨ ਦੇ ਸੰਘਰਸ਼ ਨੇ ਸਾਬਿਤ ਕਰ ਦਿੱਤਾ ਹੈ ਕਿ ਹੁਣ ਆਰ-ਪਾਰ ਦੀ ਲੜਾਈ ਹੈ, ਮਰ ਕੇ ਆਵਾਂਗੇ ਜਾਂ ਫਿਰ ਆਪਣੀ ਇਨਸਾਫ ਲੈ ਕੇ ਆਵਾਂਗੇ। ਹੋਰ ਮੁੱਦੇ ਨਾਲ ਫਿਰ ਮਿਲਾਂਗੇ, ਤੁਸੀਂ ਦੇਖਦੇ ਰਹੋ। ਮੈਨੂੰ ਦਿਓ ਇਜਾਜ਼ਤ, ਧੰਨਵਾਦ।